लगता है जी कि भुखे रह के मोदी नूं कोई थोड़ी बहुती सोझी आऊ जी भुख मंजूर है असियों मोदी बनाया सानू ही मोदी झाड़दा ਜੇਕਰ ਸਾਡੇ ਕੋਲ ਜ਼ਮੀਨਾਂ ਹੀ ਨਾ ਰਹੀਆਂ ਤੇ ਫਿਰ ਅਸੀਂ ਹੋਰ ਕੀ ਕਰਨਾ ਹੈ। ਕਰੋਨਾ ਚਲੋ ਬਿਮਾਰੀ ਹੈਗੀ, ਮੈਂ ਨਹੀਂ ਕਹਿੰਦਾ ਹੈਗੀ ਹੈ, ਪਰ ਜਦੋਂ ਇਹਨਾਂ ਨੇ ਰੈਲੀਆਂ ਕਰਨੀਆਂ ਹੁੰਦੀਆਂ, ਵੋਟਾਂ ਮੰਗਣੀਆਂ ਹੁੰਦੀਆਂ, ਕਿਸਾਨ ਵੀਰ ਭੱਜਣ ਵਾਲੇ ਨਹੀਂ, ਇਹਨਾਂ ਨੂੰ ਭਜਾ ਕੇ ਹਟਣਗੇ। ਅਸੀਂ ਤਾਂ ਲੰਬਾ ਬੈਠੇ, ਚਾਹੇ ਸਾਨੂੰ 24 ਤੱਕ ਬੈਠਣਾ ਪੈ ਜਾਵੇ ਜੀ। ਤੇਰੇ ਕੰਮ ਨਕੰਮੇ ਨਹੀਂ ਬਾਕੀ ਜੰਮੇ, ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। कोरोना का दौर ऐसा आया है कि जिहड़ा खेती कानूनों के खिलाफ किसानों का रोस प्रदर्शन से वो कई सवाल उठने खड़े हो गए कि ये हुण ठंडा पै गया, बिल्कुल जोश ढिला पै गया, क्योंकि सारा जिहड़ा ध्यान सीगा कोरोना महामारी के उत्ते फैल गया है कि जिहड़ा सरकार का पूरा फोकस सीगा। हालांकि पहला भी सरकार का कोई खास फोकस नहीं सी किसानी अंदोलन ते तीन खेती कानूनों के खिलाफ जिहड़े 6 महीने तो किसान धरना दे रहे हैं दिल्ली के ਵੱਖ-ਵੱਖ बार्डरां के उत्ते। इस तो इलावा जिहड़ा पंजाब हरियाणा जेकर असीं इहदी गल करिए ਤੇ ਜਿਹੜੇ ਪੰਜਾਬ ਦੇਸ਼ ਦੇ ਹੋਰ ਵੀ ਹਿੱਸੇ ਨੇ ਉੱਥੇ ਵੀ ਕਿਸਾਨ ਆਪਣੇ ਪੱਧਰ ਤੇ ਲੋਕਾਂ ਨੂੰ ਜੋਸ਼ ਦੇਣ ਵਾਸਤੇ, ਲੋਕਾਂ ਦੇ ਵਿੱਚ ਜੋਸ਼ ਭਰਨ ਵਾਸਤੇ ਆਪਣੇ ਪੱਧਰ ਦੇ ਉੱਤੇ ਜਿੰਨੀ ਕਿ ਸੰਖਿਆ ਹੈ ਉਹਦੇ ਵਿੱਚ ਧਰਨਾ ਦੇ ਰਹੇ ਨੇ। ਤੇ ਇਸ ਤੋਂ ਇਲਾਵਾ ਜੇਕਰ ਹੁਣ ਦੇਖਿਆ ਜਾਵੇ ਤਾਂ 6 ਮਹੀਨੇ ਤੋਂ ਉੱਪਰਲਾ ਸਮਾਂ ਹੋ ਗਿਆ ਹੈ ਤੇ ਕਰੋਨਾ ਦੀ ਜਿਹੜੀ ਬਿਮਾਰੀ ਹੈਗੀ ਹੈ ਉਹਦੇ ਨਾਲ ਸਰਕਾਰ ਦਾ ਧਿਆਨ ਹੈਗਾ ਉਹ ਇੱਧਰ ਖਿੱਚਣ ਵਾਸਤੇ ਹੁਣ ਲੋਕਲ ਲੈਵਲ ਦੇ ਉੱਤੇ ਵੀ ਜਿਹੜੇ ਕਿਸਾਨ ਹੈਗੇ ਨੇ, ਕਿਸਾਨ ਜਥੇਬੰਦੀਆਂ ਨੇ ਜਾਂ ਜਿਹੜੇ ਕਿਸਾਨ ਵਰਗ ਨੇ ਜਾਂ ਕਿਸਾਨ ਪਰਿਵਾਰ ਨਾਲ ਜੁੜੇ ਹੋਏ ਫੈਮਿਲੀ ਨੇ, ਪਰਿਵਾਰ ਨੇ, ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਇਸ ਟਾਈਮ ਅਸੀਂ ਮੋਹਾਲੀ ਦੇ ਸੋਹਾਣਾ ਗੁਰਦੁਆਰਾ ਸਾਹਿਬ ਦੇ ਲਾਗੇ ਹੈਗੇ ਆ ਤੇ ਜਿੱਥੇ ਕਿਸਾਨ ਜਥੇਬੰਦੀਆਂ ਕਿਸਾਨ ਧਰਨਾ ਦੇ ਰਹੇ ਨੇ ਇਹਨਾਂ ਤਿੰਨਾਂ ਖੇਤੀ ਕਾਨੂੰਨ ਦੇ ਖਿਲਾਫ। ਸਰਕਾਰ ਨੂੰ ਜਗਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ, ਪਰ ਇਹ ਜਿਹੜਾ ਸਵਾਲ ਉੱਠ ਰਿਹਾ ਸੀਗਾ ਕਿ ਕਰੋਨਾ ਕਰਕੇ ਜਾਂ ਜਿਹੜਾ ਹੈਗਾ ਇਹ ਜੋਸ਼ ਮੱਧਮ ਪੈ ਗਿਆ, ਇਹ ਜੋਸ਼ ਮੱਧਮ ਪਿਆ ਜਾਂ ਨਹੀਂ ਪਿਆ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਅੱਜ ਜਿਹੜੇ ਕਿਸਾਨ ਇੱਥੇ ਧਰਨਾ ਦੇ ਰਹੇ ਨੇ। ਜੀ ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਜੀ ਹਰਵਿੰਦਰ ਸਿੰਘ ਨੰਬਰਦਾਰ ਜੀ। ਹਰਵਿੰਦਰ ਜੀ, ਇਹ ਕਰੋਨਾ ਦਾ ਜਿਹੜਾ ਦੌਰ ਬੜਾ ਲੰਬਾ ਚੱਲਿਆ ਹੈਗਾ ਨਾ ਤੇ ਹਾਲੇ ਵੀ ਚੱਲ ਰਿਹਾ ਤੇ ਕਿਸਾਨੀ ਅੰਦੋਲਨ ਵੀ ਲੰਬਾ ਚੱਲ ਰਿਹਾ ਹੈਗਾ। ਇਹੋ ਜਿਹੇ ਸਵਾਲ ਉੱਠ ਰਹੇ ਨੇ ਕਿ ਜੀ ਹੁਣ ਠੰਡਾ ਪੈ ਗਿਆ ਜੋਸ਼, ਬਿਲਕੁਲ ਨਾ ਕਿਸਾਨਾਂ ਦਾ ਜਿਹੜਾ ਜੋਸ਼ ਹੈਗਾ ਠੰਡਾ ਪੈ ਗਿਆ, ਇਹੋ ਜਿਹਾ ਕੁਛ ਹੈ? ਨਹੀਂ ਵੀਰ ਜੀ, ਠੰਡਾ ਕੋਈ ਨਹੀਂ ਪਿਆ। ਪਹਿਲੀ ਗੱਲ ਤਾਂ ਕਿਸਾਨ ਵੀਰ ਤਕਰੀਬਨ ਪਿਛਲੇ 6.5 ਮਹੀਨੇ ਤੋਂ ਦਿੱਲੀ ਤੇ ਬੈਠੇ ਨੇ। ਇੱਕ ਦਿਨ ਵੀ ਕੋਈ ਇਹੋ ਜਿਹਾ ਦਿਨ ਨਹੀਂ ਆਇਆ ਕਿ ਜਿਹੜਾ ਕਿਸਾਨਾਂ ਦਾ ਜੋਸ਼ ਹੈ ਉਹ ਠੰਡਾ ਪਿਆ ਹੋਵੇ। ਇਹ ਥੋੜ੍ਹੇ ਜਿਹੇ ਇੱਕ ਦੋ ਕਾਰਨ ਸੀ। ਇੱਕ ਤਾਂ ਕਿਸਾਨਾਂ ਨੇ ਆਪਣੀਆਂ ਫਸਲਾਂ ਕੱਟਣੀਆਂ ਸੀ, ਉਹ ਵੀ ਕੰਮ ਕਰਨੇ ਸੀ, ਤੇ ਦੂਜਾ ਇਹ ਕਰੋਨਾ ਮਹਾਮਾਰੀ। ਕੋਈ ਕਰੋਨਾ ਮਹਾਮਾਰੀ ਕੋਈ ਬਿਮਾਰੀ ਨਹੀਂ ਹੈ, ਇਹ ਸਿਰਫ ਤੇ ਸਿਰਫ ਬੀਜੇਪੀ ਸਰਕਾਰ ਦੀ ਚਾਲ ਹੈ ਤਾਂ ਕਿ ਆਪਾਂ ਇਹ ਕਿਸਾਨਾਂ ਨੂੰ ਡਰਾ ਕੇ ਧਮਕਾ ਕੇ ਆਪਾਂ ਇਹਨਾਂ ਨੂੰ ਘਰ ਮੋੜ ਸਕੀਏ। ਪਰ ਕਿਸਾਨ ਵੀਰ ਸਿਆਣੇ ਨੇ, ਸਾਰੇ ਪੜ੍ਹੇ ਲਿਖੇ ਸੂਝਵਾਨ ਨੇ, ਕਿਉਂਕਿ ਅੱਜ ਮਸਲਾ ਜਿਹੜਾ ਹੈ ਕਿਸਾਨੀ ਤੇ ਜਵਾਨੀ ਦਾ ਹੈ। ਜੇਕਰ ਸਾਡੇ ਕੋਲ ਜ਼ਮੀਨਾਂ ਹੀ ਨਾ ਰਹੀਆਂ ਤੇ ਫਿਰ ਅਸੀਂ ਹੋਰ ਕੀ ਕਰਨਾ ਹੈ। ਇਹ ਜੋਸ਼ ਬਿਲਕੁਲ ਨਹੀਂ ਠੰਡਾ ਪਿਆ ਹੈ, ਤੁਹਾਡੇ ਸਾਹਮਣੇ ਹੀ ਹੈ। ਪਿੰਡਾਂ ਦੇ ਵਿੱਚ ਇਹ ਤਕਰੀਬਨ ਪਹਿਲਾਂ ਵੀ ਇੱਥੋਂ ਸਾਡੇ ਪਿੰਡ ਸੋਹਾਣੇ ਤੋਂ ਆਪਣਾ ਸਾਡੇ ਪਿੰਡ 4 ਪਿੰਡ ਬੈਦਵਾਨਾ ਦੇ ਹੈ, ਮੌਲੀ ਤੋਂ ਵੀ ਉੱਥੇ ਲੰਗਰ ਲਾਇਆ, ਕੁੰਬੜਾ ਸੋਹਾਣਾ ਮਟੌਰ ਤੋਂ ਵੀ ਪਰਮਵੀਰ ਬੈਠੇ ਆ ਉੱਤੇ, ਠੀਕ ਹੈ, ਮੌਲੀ ਤੋਂ ਵੀ, ਤੇ ਸੋਹਾਣਾ ਪਿੰਡ ਤੋਂ ਅਸੀਂ ਇੱਥੇ 7 ਤਰੀਕ ਤੋਂ ਇਹ ਭੁੱਖ ਹੜਤਾਲ ਲੜੀਵਾਰ ਚੱਲਣੀ ਹੈ, ਜੋ ਕਿ ਹਰ ਰੋਜ਼ ਤੇ 5 ਬੰਦੇ ਹਰ ਰੋਜ਼ ਨਵੇਂ ਬੈਠਿਆ ਕਰਨਗੇ ਇੱਥੇ। ਤੇ ਪਿੰਡਾਂ ਦੀ ਡਿਊਟੀ ਅੱਜ ਡੈਡੀ ਪਿੰਡ ਦੀ ਡਿਊਟੀ ਹੈ ਤੇ ਉਸ ਤੋਂ ਬਾਅਦ ਕੱਲ੍ਹ ਨੂੰ ਮੌਲੀ ਪਿੰਡ ਦੀ ਹੈ। ਇਸੇ ਤਰ੍ਹਾਂ ਸੀਰੀਅਲ ਵਾਈਜ਼ ਪਿੰਡਾਂ ਦੇ ਵਿੱਚ ਬੜਾ ਜੋਸ਼ ਹੈ। ਸਾਨੂੰ ਫੋਨ ਆ ਰਹੇ ਨੇ ਕਿ ਸਾਡੀ ਡਿਊਟੀ ਕਦੋਂ ਲਾਉਂਗੇ, ਕਿਉਂਕਿ ਵੀਰ ਜੀ ਇਹ ਇੱਕ ਇਕੱਲੇ ਬੰਦੇ ਦੀ ਲੜਾਈ ਨਹੀਂ ਹੈ, ਇਹ ਸਿਰਫ ਕਿਸਾਨੀ ਇਹ ਜਿਹੜਾ ਆਪਾਂ ਇਹ ਸਾਡਾ ਭੁੱਖ ਹੜਤਾਲ ਦਾ ਪ੍ਰੋਗਰਾਮ ਹੈ, ਇਹ ਸਾਡਾ ਪਾਬੰਦੀ ਮੰਚ ਵੱਲੋਂ ਹੈ, ਜੋ ਸਾਡਾ ਇਹਨਾਂ ਦਾ ਸੁਸਾਇਟੀ ਬਣੀ ਹੋਈ ਹੈ ਪਾਬੰਦੀ ਮੰਚ, ਉਹਦੇ ਵੱਲੋਂ ਹੈ। ਇਹ ਸਿਰਫ ਜਿੰਨੇ ਮੇਰੇ ਵੀਰ ਕਿਸਾਨ ਮਜ਼ਦੂਰ ਹਤੈਸ਼ੀ ਨੇ, ਜਿਹੜੇ ਕਿਸਾਨ ਮਜ਼ਦੂਰਾਂ ਦਾ ਦਰਦ ਸਮਝਦੇ ਨੇ, ਉਹ ਸਾਰੇ ਹੀ ਇਸ ਜਿਹੜਾ ਆਪਾਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰੀ ਹੈ ਇਸ ਨੂੰ ਸਾਰੇ ਹੀ ਬੜਾ ਪੁਰਜ਼ੋਰ ਸਮਰਥਨ ਕਰ ਰਹੇ ਨੇ। ਇਹਦੇ ਵਿੱਚ ਕੋਈ ਜੋਸ਼ ਵਾਲੀ ਗੱਲ ਨਹੀਂ ਵੀ ਠੰਡਾ ਨਹੀਂ ਪਿਆ। ਹਰ ਰੋਜ਼ ਹਫ਼ਤੇ ਬਾਅਦ ਇੱਥੋਂ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਬੱਸ ਜਾਂਦੀ ਹੈ ਤੇ 2 ਦਿਨ ਬਾਅਦ ਉੱਥੋਂ ਵਾਪਸ ਆਉਂਦੀ ਹੈ। ਇਹ ਤਾਂ ਦੱਸੋ ਕਿਸਾਨਾਂ ਦੇ ਵਿੱਚ ਰੋਟੀ ਪਾਣੀ
ਸਾਰਾ ਉਹ ਵਿਚਾਰੇ ਆਪ ਕਰ ਰਹੇ ਨੇ, ਕਿਸੇ ਤੋਂ ਕੋਈ ਮੰਗਦੇ ਹੀ ਨਹੀਂ। ਤੇ ਦੂਜਾ ਆਪਣੇ ਹੱਕ ਮੰਗ ਰਹੇ ਨੇ, ਆਪਣੇ ਹੱਕਾਂ ਦੀ ਲੜਾਈ ਉਹ ਪੂਰੇ ਕਿਸਾਨ ਆਪਣੇ ਹੱਕ ਲੈਣ ਵਾਸਤੇ ਪੂਰੀ ਚੰਗੀ ਤਰ੍ਹਾਂ ਜਾਣਦਾ ਹੈ, ਕਿਉਂਕਿ ਜਦੋਂ ਕੁਰਬਾਨੀਆਂ ਦੀ ਲੋੜ ਹੁੰਦੀ ਹੈ ਤਾਂ ਵੀ ਪੰਜਾਬੀ ਮੂਹਰੇ, ਸਾਡੇ ਫੌਜੀ ਵੀਰ ਨੇ ਤਾਂ ਵੀ ਪੰਜਾਬੀ ਮੂਹਰੇ। ਕਹਿਣ ਤੋਂ ਮਤਲਬ ਇਹ ਹੈ ਕਿ ਆਪਾਂ ਸਾਰੇ ਜਿੰਨੇ ਵੀ ਪੰਜਾਬੀ ਵੀਰ ਹੈ, ਕਿਸਾਨੀ ਮੰਗਾਂ ਮਨਵਾਉਣ ਦੇ ਲਈ ਉਹਨਾਂ ਦੇ ਸਮਰਥਨ ਦੇ ਵਿੱਚ ਅਸੀਂ ਇਹ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰੀ ਹੈ। ਤੇ ਜਦੋਂ ਤੱਕ ਸਾਡੇ ਕਿਸਾਨ ਵੀਰ ਇੱਥੇ ਵਾਪਸ ਜਿੱਤ ਕੇ ਮੁੜ ਕੇ ਨਹੀਂ ਆਉਂਦੇ, ਇੱਕ ਦਿਨ ਜਿੱਤ ਹੋਣੀ ਹੈ ਉਹਨਾਂ ਦੀ ਯਕੀਨੀ। ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ, ਆਹ ਸਾਹਮਣੇ ਤਕਰੀਬਨ 5-6 ਸਾਲ ਪਹਿਲਾਂ, 8 ਸਾਲ ਪਹਿਲਾਂ ਇੱਥੇ ਇੱਕ ਕਿਸਾਨ ਹਿੱਤ ਬਚਾਓ ਕਮੇਟੀ ਉਹਨਾਂ ਵੱਲੋਂ ਇੱਥੇ ਧਰਨਾ ਲਾਇਆ ਗਿਆ ਸੀ, ਪਰ ਅਖਾਈਆਂ ਉਸ ਟਾਈਮ ਹੀ ਬਹੁਤ ਆਈਆਂ, ਉਹ ਵੀ ਲੰਬਾ ਚੱਲਿਆ, ਪਰ ਜਿੱਤ ਅਖੀਰ ਕਿਸਾਨਾਂ ਦੀ ਹੋਈ ਹੈ। ਧੰਨ ਧੰਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ, ਉਹਨਾਂ ਦਾ ਕਿਸਾਨਾਂ ਦੇ ਮਜ਼ਦੂਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਹਮੇਸ਼ਾ ਰਹਿੰਦਾ ਹੈ ਤੇ ਜਿੱਤ ਯਕੀਨੀ ਕਿਸਾਨਾਂ ਦੀ ਹੋਣੀ ਹੈ। ਸਵਾਲ ਨਾਲ ਹੀ ਮੈਂ ਕਰ ਲੈਣਾ, ਧਾਰਮਿਕ ਸਵਾਲ ਹੈ। ਅਸੀਂ ਬਹੁਤ ਵੱਡੀ ਜਗ੍ਹਾ ਨਾਲ ਲਾ ਕੇ ਬੈਠੇ ਹਾਂ, ਕੀ ਸੋਚ ਕੇ ਬੈਠੇ ਹਾਂ ਆਪਾਂ ਕਿਤੇ ਹੋਰ ਵੀ ਧਰਨਾ ਲਾ ਸਕਦੇ ਸੀ? ਦੇਖੋ, ਧਾਰਮਿਕ ਸਥਾਨ ਸਾਡਾ ਪਿੰਡ ਸੁਹਾਣਾ ਹੈ ਤੇ ਇੱਥੇ ਆਪਾਂ ਇਹ ਜਿੱਥੇ ਬੈਠੇ ਹਾਂ ਇਹ ਸੈਂਟਰ ਦੇ ਵਿੱਚ ਬੈਠੇ ਹਾਂ। ਜਿੰਨੇ ਵੀ ਇੱਥੇ ਸਾਰੇ ਸਾਡੇ ਪਿੰਡ ਨੇ, ਮੇਰਾ ਸਵਾਲ ਸ਼ਾਇਦ ਉਹ ਦੂਜੇ ਪਾਸੇ ਲੱਗ ਗਿਆ। ਸਵਾਲ ਮੇਰਾ ਇਹ ਹੈ ਕਿ ਅਸੀਂ ਇੱਕ ਮਨਸ਼ਾ ਹੁੰਦੀ ਹੈ ਕਿ ਅਸੀਂ ਜੇ ਗੁਰੂ ਦੇ ਲਾਗੇ ਬੈਠਾਂਗੇ ਤਾਂ ਸਾਡੀ ਸ਼ਾਇਦ ਜ਼ਿਆਦਾ ਜਲਦੀ ਸੁਣਵਾਈ ਹੋ ਜਾਏਗੀ, ਇਸ ਤਰ੍ਹਾਂ ਸੋਚਿਆ? ਬਿਲਕੁਲ ਬਿਲਕੁਲ, ਇਹ ਤਾਂ ਹੈ ਹੀ ਹੈ ਜੀ। ਇੱਥੇ ਲੱਖਾਂ ਸੰਗਤਾਂ ਗੁਰੂ ਘਰ ਦੇ ਵਿੱਚ ਪੂਰੇ ਭਾਰਤ ਤੋਂ ਆਉਂਦੀਆਂ ਨੇ, ਪੰਜਾਬ ਦੇ ਵਿੱਚੋਂ। ਗੁਰੂਦੁਆਰਾ ਸਿੰਘ ਸ਼ਹੀਦਾਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਪੂਰੇ ਵਰਲਡ ਦੇ ਵਿੱਚ ਇਸ ਸਮੇਂ ਨਾਂ ਹੈ, ਜਿੱਥੇ ਕਿ ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦੀ ਅਪਾਰ ਬਖਸ਼ਿਸ਼ ਹੈ, ਕਿਰਪਾ ਹੈ। ਇਹ ਗੱਲ ਵੀ ਬਿਲਕੁਲ ਤੁਹਾਡੀ ਸਹੀ ਹੈ ਕਿ ਇੱਥੋਂ ਸਾਡੀਆਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਤੇ ਅਸੀਂ ਵੀ ਹਰ ਰੋਜ਼ ਇੱਥੇ ਬਾਬਾ ਜੀ ਮੂਹਰੇ ਅਰਦਾਸ ਕਰਕੇ ਬੈਠਦੇ ਹਾਂ ਤੇ ਅਰਦਾਸ ਕਰਕੇ ਹੀ ਉੱਠਦੇ ਹਾਂ, ਕਿਉਂਕਿ ਕਿਰਪਾ ਹੀ ਉਹਨਾਂ ਨੇ ਕਰਨੀ ਹੈ, ਇਨਸਾਨ ਦੇ ਵੱਸ ਦੇ ਕੋਈ ਗੱਲ ਨਹੀਂ ਹੈਗੀ। ਇਹ ਲੰਬਾ ਜਿਹੜਾ ਧਰਨਾ ਚੱਲ ਰਿਹਾ ਹੈ ਇਹ ਕਿਹਦੇ ਵੱਸ ਦੀ ਗੱਲ ਹੈ ਵੀਰ ਜੀ? ਆ ਤੁਸੀਂ ਪਰਸੋਂ ਅਸੀਂ ਇੱਥੇ ਬਿੱਲਾਂ ਦੀਆਂ ਕਾਪੀਆਂ ਫੂਕੀਆਂ, ਤੁਸੀਂ ਦੇਖਣਾ ਸੀ ਵੀਰ ਜੀ, ਜਿਹੜੇ ਸ਼ਹਿਰ ਦੇ ਲੋਕ ਸੀ, ਕੋਠੀਆਂ ਵਾਲੇ, 12-1 ਵਜੇ ਦਾ ਸਮਾਂ ਸੀ, ਨਹੀਂ ਸ਼ਹਿਰੀ ਮੇਰੇ ਵੀਰ ਬਾਹਰ ਨਹੀਂ ਨਿਕਲਦੇ ਧੁੱਪ 'ਚ, ਪਰ ਵੀਰ ਜੀ ਆਪ ਮੁਹਾਰੇ ਇਹ ਲੱਗਦਾ ਸੀ ਕਿ ਪ੍ਰਮਾਤਮਾ ਉੱਥੇ ਆਪ ਆ ਕੇ ਖੜ ਗਿਆ ਹੋਵੇ। ਕੋਈ ਕੇਲੇ ਲੈ ਕੇ ਆ ਰਿਹਾ ਸੇਵਾ ਕਰਨ ਵਾਸਤੇ, ਕਿ ਉਹਨਾਂ ਨੂੰ ਪਤਾ ਕੋਠੀ ਵਾਲੇ ਵੀਰਾਂ ਨੂੰ ਕਿ ਸਾਡੇ ਕਿਸਾਨ ਵੀਰ ਇਹ ਭੁੱਖੇ ਗਰਮੀ ਦੇ ਵਿੱਚ ਪੂਰਾ ਤਪਦਾ ਤਾਪਮਾਨ ਹੋਵੇ, ਪਾਣੀ ਲਿਆ ਰਿਹਾ, ਕੋਈ ਕੁਛ ਮਨ ਦੇ ਵਿੱਚ ਸ਼ਰਧਾ ਹੈ। ਇਹ ਬਿਲਕੁਲ ਤੁਹਾਡੀ ਗੱਲ ਹੈ, ਸਾਡੀ ਵੀ ਸ਼ਰਧਾ, ਅਸੀਂ ਵੀ ਧੰਨ ਧੰਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਮੰਨਦੇ ਹਾਂ, ਨਮਸਤਕ ਹੁੰਦੇ ਹਾਂ। ਉਹ ਵੀ ਕਿਰਪਾ ਕਰਨਗੇ, ਕਿਰਪਾ ਹੀ ਉਹਨਾਂ ਨੇ ਕਰਨੀ ਹੈ, ਬੰਦੇ ਦੇ ਵੱਸ ਦੀ ਕੋਈ ਗੱਲ ਨਹੀਂ ਹੈ। ਪਰ ਸਰਕਾਰ ਤਾਂ ਬਿਲਕੁਲ ਜਿੱਦ ਫੜ ਕੇ ਬੈਠੀ ਹੈ। ਬਿਲਕੁਲ ਨਾ ਦੇਖਿਆ ਜਾਏ ਕਰੋਨਾ ਦੇ ਬਹੁਤ ਕੇਸ ਵਧੇ, ਮੌਤਾਂ ਬੜੀਆਂ ਹੋਈਆਂ ਨੇ ਨਾ, ਦਿੱਲੀ ਦੇ ਵਿੱਚ ਬੜਾ ਬੁਰਾ ਹਾਲ ਸੀ, ਪੂਰੇ ਦੇਸ਼ ਦੇ ਪੂਰੇ ਵਰਲਡ ਦਾ ਬੁਰਾ ਹਾਲ ਹੈ ਨਾ। ਤੇ ਸਰਕਾਰ ਨੇ ਤਾਂ ਬਿਲਕੁਲ ਇਹ ਵੀ ਲਾਂਛਣ ਲਾਏ ਨੇ ਕਿ ਕਿਸਾਨਾਂ ਨੇ ਜਿਹੜਾ ਹੈਗਾ ਇਹ ਕਰੋਨਾ ਇਹਨਾਂ ਕਰਕੇ ਵਧਿਆ, ਉੱਥੇ ਜਿਹੜੇ ਹੈਗੇ ਸਾਡੀ ਗੱਲ ਨਹੀਂ ਸੁਣਦੇ ਪਏ। ਇਹੋ ਜਿਹੀ ਗੱਲ ਵੀ ਕੋਈ ਹੈ ਕੋਈ? ਵੀਰ ਜੀ, ਸਰਕਾਰ ਦਾ ਤਾਂ ਤੁਹਾਨੂੰ ਪਤਾ ਮਸਲਾ ਪਹਿਲੇ ਦਿਨ ਤੋਂ ਹੀ ਰਿਹਾ ਹੈ ਕਿ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਥੋਂ ਉਠਾ ਦਈਏ। ਸਰਕਾਰ ਨੂੰ ਇਹ ਵੀ ਪਤਾ ਹੈ ਕਿ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ ਹੈ ਇਹ ਪੰਜਾਬ ਦੇ ਵਿੱਚੋਂ ਹੋਇਆ ਹੈ। ਸਾਡੀਆਂ 31 ਜਥੇਬੰਦੀਆਂ ਕਿਸਾਨੀ, ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਹੈ ਤੇ ਹੌਲੀ ਹੌਲੀ ਪੰਜਾਬ, ਹਰਿਆਣਾ, ਯੂਪੀ, ਮਹਾਰਾਸ਼ਟਰ, ਸਾਰੀਆਂ ਸਟੇਟਾਂ ਦੇ ਵਿੱਚ ਹੌਲੀ ਹੌਲੀ ਲੜੀਵਾਰ ਇਹ ਜੋ ਧਰਨਾ ਸੀ, ਧਰਨੇ ਪ੍ਰਦਰਸ਼ਨ ਸੀ, ਸਾਰੇ ਚੱਲ ਰਹੇ। ਕਰੋਨਾ ਚਲੋ ਬਿਮਾਰੀ ਹੈਗੀ, ਮੈਂ ਨਹੀਂ ਕਹਿੰਦਾ ਹੈਗੀ ਹੈ, ਪਰ ਜਦੋਂ ਇਹਨਾਂ ਨੇ ਰੈਲੀਆਂ ਕਰਨੀਆਂ ਹੁੰਦੀਆਂ, ਵੋਟਾਂ ਮੰਗਣੀਆਂ ਹੁੰਦੀਆਂ, ਉਦੋਂ ਕਰੋਨਾ ਕਿਤੇ ਭੱਜ ਜਾਂਦਾ। ਕਿਸਾਨਾਂ ਦੇ ਲਈ ਜਦੋਂ ਹੱਕ ਮੰਗਦੇ ਆ, ਉਹ ਧਰਨੇ ਦਿੰਦੇ ਆ, ਉਦੋਂ ਕਰੋਨਾ ਆ ਜਾਂਦਾ ਹੈ। ਹੁਣ ਬੰਗਾਲ ਦੇ ਵਿੱਚ ਇਲੈਕਸ਼ਨ ਹੋਇਆ, ਨਰਿੰਦਰ ਮੋਦੀ ਸਾਰਿਆਂ ਨੇ ਬੀਜੇਪੀ ਆ ਨੇ ਕਿੱਡੀਆਂ ਰੈਲੀਆਂ ਕਰੀਆਂ ਵੀਰ ਜੀ, ਉਸ ਸਮੇਂ ਕੋਈ ਕਰੋਨਾ ਨਹੀਂ ਸੀ। ਇਹ ਤਾਂ ਵਿਹਲੀਆਂ ਗੱਲਾਂ ਨੇ ਕਿਸਾਨਾਂ ਨੂੰ ਉੱਥੋਂ ਭਜਾਉਣ ਵਾਸਤੇ, ਪਰ ਕਿਸਾਨ ਵੀਰ ਭੱਜਣ ਵਾਲੇ ਨਹੀਂ, ਇਹਨਾਂ ਨੂੰ ਭਜਾ ਕੇ ਹਟਣਗੇ। ਕੁਰਸੀ ਤੇ ਜੇਕਰ ਬਿਠਾਇਆ ਨਾ, ਇਹ ਕਿਸਾਨ ਵੀਰਾਂ ਨੇ, ਮਜ਼ਦੂਰਾਂ ਨੇ ਬਿਠਾਇਆ। ਨਰਿੰਦਰ ਮੋਦੀ ਜੀ ਨੂੰ ਸਾਡੀ ਵੀ ਹੱਥ ਬੰਨ੍ਹ ਕੇ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਹੈ ਕਿ ਸਾਡੇ ਕਿਸਾਨ ਵੀਰਾਂ ਦਾ ਸਬਰ ਦਾ ਬੰਦ ਨਾ ਤੁੜਵਾਓ, ਕਿਉਂਕਿ ਇਹੀ ਕਿਸਾਨ ਵੀਰ, ਇਹਨਾਂ ਦੇ ਧੀ ਪੁੱਤ ਫੌਜ ਦੇ ਵਿੱਚ ਆਪਣੀਆਂ ਛਾਤੀਆਂ ਢਾਹ ਕੇ ਖੜ੍ਹਦੇ ਨੇ। ਇਸ ਕਰਕੇ ਸਾਡੀ ਬੇਨਤੀ ਹੈ ਕਿ ਇਹਨੂੰ ਜਿੱਦ ਕਰਕੇ ਨਾ ਬੈਠੋ। ਕਿਸਾਨਾਂ ਵੀਰਾਂ ਸਾਡੀ ਵੀ ਜਿੱਦ ਹੈ, ਫਿਰ ਇਹ ਜੇ ਉਹਨਾਂ ਦੀ ਜਿੱਦ ਹੈ ਤਾਂ ਕਿਸਾਨਾਂ ਵੀਰਾਂ ਦੀ ਵੀ ਜਿੱਦ ਹੈ। ਉਹ ਵੀ ਆਪਣਾ 6 ਮਹੀਨੇ ਦਾ ਰਾਸ਼ਨ ਪਹਿਲਾਂ ਲੈ ਗਏ, 6 ਦਾ ਇਹਨਾਂ ਨੇ ਹੋਰ ਲੈ ਗਏ, ਕਿਸੇ ਚੀਜ਼ ਦੀ ਕਮੀ ਨਹੀਂ ਹੈ ਉੱਥੇ। ਅਸੀਂ ਇੱਥੇ ਬੈਠੇ ਹਾਂ, ਕੋਈ ਗੱਲ ਨਹੀਂ, ਘਰ ਵੀ ਬੈਠਦੇ ਹਾਂ,
ਆਪਾਂ ਇੱਥੇ ਹੀ ਬੈਠੇ ਆ, ਆਪਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਵਾਸਤੇ, ਆਪਣੀਆਂ ਜ਼ਮੀਨਾਂ ਵਾਸਤੇ, ਸਿਰਫ ਆਪਾਂ ਆਪਣੇ ਹੱਕ ਮੰਗਣ ਵਾਸਤੇ ਬੈਠੇ ਆ ਵੀਰ ਜੀ, ਹੋਰ ਕੋਈ ਗੱਲ ਨਹੀਂ। ਤੇ ਇੱਕ ਦਿਨ ਸਾਡੀ ਕਿਸਾਨ ਵੀਰਾਂ ਦੀ ਜਿੱਤ ਯਕੀਨੀ ਹੈ, ਪੱਕੀ ਜਿੱਤ ਹੋਵੇਗੀ। ਸਾਡੇ ਨਾਲ ਹੋਰ ਕਿਸਾਨ ਆਗੂ ਨੇ ਇਸੇ ਧਰਨੇ ਦੇ ਵਿੱਚ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਸਾਰੇ ਅਸੀਂ ਕੰਮ ਵੀ ਕਰਨੇ ਨੇ, ਸਾਰਾ ਪਿੱਛੇ ਸਾਡਾ ਹੈ ਨਾ, ਅਸੀਂ ਸਾਡਾ ਕੰਮ ਹੀ ਖੇਤੀਬਾੜੀ ਦਾ ਹੈਗਾ, ਤੁਸੀਂ ਸਾਰਾ ਕਿੱਦਾਂ ਮੈਨੇਜ ਕਰਦੇ ਹੋ ਨਾਲ ਇਸ ਨਾਲ? ਅਸੀਂ ਕੰਮ ਵੀ ਕਰੀ ਜਾਂਦੇ ਨਾਲ ਦੀ ਜਿੱਦਾਂ ਕੋਈ ਆਪਾਂ ਸਵੇਰੇ ਤੜਕੇ 3 ਵਜੇ ਉੱਠ ਕੇ ਖੇਤਾਂ ਦੀ ਵਹਾਈ ਵੀ ਕਰੀਦੀ ਹੈ। ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ, ਝੋਨੇ ਦੀ ਸਾਰਾ ਕੁਝ ਪੌਦ ਸਾਰਾ ਆਪ ਤਿਆਰ ਕਰੀਦੀ ਹੈ। ਕਦੇ 2 ਵਜੇ ਉੱਠੀਦਾ, ਕਦੇ 3 ਵਜੇ ਤੜਕੇ ਨੂੰ ਉੱਠੀਦਾ। ਇੱਥੋਂ 7 ਵਜੇ ਫ੍ਰੀ ਹੋ ਕੇ ਫਿਰ ਅਸੀਂ 10 ਵਜੇ ਤੱਕ 11 ਤੱਕ ਖੇਤਾਂ ਦੀ ਵਹਾਈ ਕਰੀਦੀ ਹੈ ਜੀ। ਪਰ ਨਾਲ ਭੁੱਖ ਹੜਤਾਲ ਵੀ ਚੱਲ ਰਹੀ ਹੈ। ਹਾਂ ਚੱਲ ਰਹੀ ਹੈ ਜੀ, ਨਾਲ ਭੁੱਖ ਹੜਤਾਲ ਚੱਲ ਰਹੀ ਹੈ, ਚੱਲੂਗੀ ਜਦ ਤੱਕ ਇਹ ਆਪਣਾ ਜੰਗ ਫਤਿਹ ਨਹੀਂ ਹੁੰਦੀ ਸਾਡੀ। ਭੁੱਖ ਹੜਤਾਲ ਜਿਹੜੇ ਇੱਥੇ ਸਾਰੇ ਬੈਠੇ ਨੇ ਉਹ ਕਰਦੇ ਨੇ ਜਾਂ ਕਿਸ ਤਰ੍ਹਾਂ ਤੁਸੀਂ ਇਸ ਨੂੰ ਦੇਖ ਰਹੇ ਹੋ? ਨਹੀਂ, ਇਹ 5 ਬੰਦੇ ਕਰਦੇ ਆ ਜੀ, ਜਿੱਦਾਂ 5 ਬੰਦੇ ਅਲੱਗ-ਅਲੱਗ ਪਿੰਡ ਦੇ ਕਰਦੇ ਆ ਜੀ। ਅੱਜ ਡੈਡੀ ਦੇ ਹੋ ਗਏ ਜੀ, ਕੱਲ੍ਹ ਨੂੰ ਮੌਲੀ ਦੇ ਹੋ ਗਏ, ਫਿਰ ਨਖਨੌਰ ਦੇ ਹੋ ਜੂਗੇ ਜੀ। ਇਹ ਸਾਰੇ ਜਿੰਨੇ ਪਿੰਡ ਹੈ, ਕੋਈ ਮੋਹਾਲੀ ਸ਼ਹਿਰ ਤੋਂ ਆ ਗਏ ਜੀ 5 ਬੰਦੇ, ਸਵੇਰੇ ਆਪਣਾ 10 ਤੋਂ ਲੈ ਕੇ 7 ਵਜੇ ਤੱਕ ਹੈ। ਤੇ ਜੇਕਰ ਸਰਕਾਰ ਹਾਲੇ ਵੀ ਨਹੀਂ ਹਿਲਦੀ ਮੰਨ ਲਓ, ਤਾਂ ਫਿਰ ਅਗਲਾ ਕੀ ਕਦਮ ਹੋ ਸਕਦਾ? ਕੀ ਸਾਡੀਆਂ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨਾਲ ਤੁਹਾਡਾ ਕੋਈ ਰਾਬਤਾ ਹੈ ਵੀ ਕੀ ਅਗਲਾ ਹੈ? ਉਹਨਾਂ ਦਾ ਆਹੀ ਹੈ ਜੀ, ਸਾਨੂੰ ਵੀ ਜੋ ਸਾਨੂੰ ਉਹਨਾਂ ਦੀ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰੋ ਜੀ। ਜੋ ਦਿੱਲੀ ਤੇ ਸਾਨੂੰ ਕਾਲ ਆਊਗੀ ਅਸੀਂ ਉਹਦੇ ਹਿਸਾਬ ਤੇ ਚੱਲਾਂਗੇ ਜੀ। ਜੇ ਸਾਨੂੰ ਕਹੋਗੇ ਉਹ ਤੁਸੀਂ ਰੋਡ ਜਾਮ ਕਰੋ ਜੀ, ਕਾਪੀਆਂ ਫੂਕੋ, ਹੋਰ ਕੋਈ ਕੰਮ ਕਰੋ, ਅਸੀਂ ਉਹਨਾਂ ਦੇ ਕਾਲ ਦਾ ਹੀ ਕਰਦੇ ਹਾਂ ਜੀ। ਸ਼ਾਂਤੀ ਆਪਣਾ ਮਾਹੌਲ ਸ਼ਾਂਤ ਰੱਖਦੇ ਹਾਂ ਜੀ। ਜਿੱਦਾਂ ਹੁਣ 550 ਸਾਡੇ ਕਿਸਾਨ ਵੀਰ ਸ਼ਹੀਦ ਹੋ ਗਏ, ਉਹਨਾਂ ਦਾ ਕੋਈ ਪਰਿਵਾਰਾਂ ਨੂੰ ਕੋਈ ਸਰਕਾਰ ਦੀ ਦੇਣ ਨਹੀਂ ਹੈ, ਕਿਸੇ ਦੇ ਬੱਚੇ ਨੂੰ ਨੌਕਰੀ ਨਹੀਂ, ਕਿਸੇ ਨੂੰ ਕੋਈ ਉਹਨਾਂ ਨੂੰ ਫੰਡ ਨਹੀਂ ਹੈ ਜੀ। ਅਸੀਂ ਤਾਂ ਲੰਬਾ ਬੈਠੇ, ਚਾਹੇ ਸਾਨੂੰ 24 ਤੱਕ ਬੈਠਣਾ ਪੈ ਜਾਵੇ ਜੀ, ਜਥੇਬੰਦੀਆਂ ਨੂੰ ਬੈਠੂਗੇ ਜੀ। ਪੂਰਾ ਮਨ ਬਣ ਲਿਆ ਹੋਇਆ ਜੀ? ਪੂਰਾ ਜੀ ਪੂਰਾ। ਅਸੀਂ ਤਾਂ ਜ਼ਿੰਦਗੀ ਲਾਤੀ ਸਾਡੇ 32 ਜਥੇਬੰਦੀਆਂ ਨੇ ਵੀ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਅਸੀਂ ਇਦਾਂ ਹੀ ਸੰਘਰਸ਼ ਕਰੂੰਗੇ। ਇੱਥੇ ਭੁੱਖ ਹੜਤਾਲ ਤੇ ਕੁਝ ਬੀਬੀਆਂ ਵੀ ਨੇ, ਮਾਤਾਵਾਂ ਵੀ ਨੇ ਸਾਡੇ ਨਾਲ, ਉਹ ਵੀ ਬਿਲਕੁਲ ਬਰਾਬਰ ਜਿਹੜਾ ਹੈਗਾ ਹੈ ਸਾਥ ਦੇ ਰਹੀਆਂ ਨੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਪਰਿਵਾਰ ਦੇ ਨਾਲ ਵੀ ਉਹ ਆਪਣਾ ਜਿਹੜਾ ਹੈਗਾ ਸਾਰਾ ਰਾਬਤਾ ਕਾਇਮ ਰੱਖਦੀਆਂ ਨੇ ਤੇ ਇੱਥੇ ਵੀ ਉਹ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਨੇ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ। ਹਾਂਜੀ, ਆਪਣਾ ਨਾਮ ਦੱਸ। ਜਸਵੀਰ ਕੌਰ, ਪਿੰਡ ਸੁਹਾਣਾ, ਜ਼ਿਲ੍ਹਾ ਮੋਹਾਲੀ, ਤਹਿਸੀਲ ਮੋਹਾਲੀ। ਤੁਸੀਂ ਕਦ ਤੋਂ ਇੱਥੇ ਧਰਨੇ ਦੇ ਵਿੱਚ ਸ਼ਾਮਿਲ ਹੋ ਜੀ? ਅਸੀਂ ਜੀ 7 ਤਰੀਕ ਦਾ ਧਰਨਾ ਲਾਇਆ ਭੁੱਖ ਹੜਤਾਲ ਦਾ, ਨਾ ਕੁਝ ਖਾਣਾ ਨਾ ਪੀਣਾ। ਸ਼ਾਮ 9 ਤੋਂ 7 ਵਜੇ ਤੱਕ ਅਸੀਂ ਇੱਥੇ ਹੀ ਬੈਠੇ ਹਾਂ। ਡੇਲੀ ਰੋਜ਼ਾਨਾ ਹੀ ਤੁਸੀਂ ਤਾਂ ਕਰਦੇ ਹੋ? ਰੋਜ਼ਾਨਾ ਹੀ ਭੁੱਖ ਹੜਤਾਲ ਤੇ ਬੈਠਦੇ ਹੋ? ਹਾਂਜੀ 10 ਤੇ 7 10 ਤੇ 7 ਤੱਕ। ਹਾਂਜੀ ਉਰੇ ਬੈਠੇ ਹਾਂ ਭੁੱਖ ਹੜਤਾਲ 'ਚ। ਜਿਵੇਂ ਮੋਦੀ ਆਪਣੀਆਂ ਮੰਗਾਂ ਉਹ ਮੰਨਦਾ ਨਹੀਂ, ਸਾਡੀਆਂ ਮੰਗਾਂ, ਅਸੀਂ ਵੀ ਬੈਠੇ ਆ ਭੁੱਖ ਹੜਤਾਲ ਤੇ। ਜੇ ਮੋਦੀ ਅੰਦਰ ਐਸੀਆਂ 'ਚ ਬੈਠਿਆ, ਅਸੀਂ ਸੜਕਾਂ ਤੇ ਬਿਠਾ ਤੇ ਉਹਨੇ। ਸਾਡੇ ਕਿਸਾਨ ਦਿੱਲੀ ਬੈਠੇ ਆ, ਅਸੀਂ ਵੀ ਉਰੇ ਬੈਠ ਕੇ ਅਸੀਂ ਮਰਨੇ ਤੱਕ ਤਿਆਰ ਹਾਂ। ਕਿ ਸਾਡੇ ਬੱਚਿਆਂ ਦਾ ਜੋ ਭਵਿੱਖ ਆਉਣੇ ਵਾਲਾ ਹੈ, ਜ਼ਮੀਨਾਂ ਖੋਣ ਲੱਗਿਆ ਹੋਇਆ, ਵੀ ਅਸੀਂ ਵੀ ਜਾਨ ਤੋਂ ਕੁਰਬਾਨ ਕਰ ਦੂੰਗੇ, ਪਰ ਪਿੱਛਾ ਹਟਣੇ ਵਾਲੇ ਨਹੀਂ ਹੈਗੇ। ਇਹਨਾਂ ਸਾਡੇ 3 ਕਾਨੂੰਨ ਰੱਦ ਨਹੀਂ ਕਰ ਸਕਦਾ ਮੋਦੀ, ਇੰਨਾ ਅਸੀਂ ਵੀ ਮਰਨੇ ਤੱਕ ਉਹ ਹੋ ਰਹੇ ਆ। ਹਾਂਜੀ, ਇੱਕ ਹੋਰ ਮਾਤਾ ਜੀ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਲੱਗਦਾ ਜੀ ਕਿ ਭੁੱਖੇ ਰਹਿ ਕੇ ਮੋਦੀ ਨੂੰ ਕੋਈ ਥੋੜੀ ਬਹੁਤੀ ਸੋਝੀ ਆਊ। ਜੀ ਭੁੱਖ ਮਨਜ਼ੂਰ ਹੈ ਸਾਡੀ, ਸਾਨੂੰ ਜਾਇਦਾਦ 3 ਕਾਨੂੰਨ ਸਾਨੂੰ ਵਾਪਸ ਦੇ ਮੋਦੀ। ਅਸੀਂ ਆ ਭੁੱਖ ਹੜਤਾਲ ਤੇ ਉੱਠਾਂਗੇ, ਨਹੀਂ ਜਦੋਂ ਤੱਕ ਸਾਡੇ ਫੈਸਲੇ ਰੱਦ ਨਹੀਂ ਇਹ ਕਰਦਾ ਅਸੀਂ ਉੱਠਣ ਵਾਲੇ ਨਹੀਂ। ਅਸੀਂ ਇੱਥੇ ਚੜ੍ਹਦੇ ਸੂਰਜ ਕੀ ਰੋਸ਼ਨੀ ਉਹੀ ਅਸੀਂ ਤਪਾਂਗੇ, ਠੀਕ ਹੈ। ਸਾਨੂੰ ਮੋਦੀ 3 ਕਾਨੂੰਨ ਵਾਪਸ ਦੇ ਦੇਵੇ, ਅਸੀਂ ਫੇਰ ਉੱਠਾਂਗੇ। ਅਸੀਂ ਉੱਠਣ ਵਾਲੇ ਹੈ ਨਹੀਂ, ਅਸੀਂ ਭੁੱਖ ਹੜਤਾਲ ਐਵੇਂ ਰੱਖਾਂਗੇ। ਜਿਹੜਾ ਜੋਸ਼ ਹੈਗਾ ਤੁਹਾਡੇ, ਦੇਖੋ ਤੁਹਾਡੇ ਕੋਲੋਂ ਸੋਚ ਲੈਣੀ ਹੈ, ਸਮਝ ਲੈਣੀ ਹੈ ਲੋਕਾਂ ਨੇ, ਬੱਚਿਆਂ ਨੇ ਨਾ, ਤੁਸੀਂ ਨੌਜਵਾਨਾਂ ਨੂੰ, ਬੱਚਿਆਂ ਨੂੰ ਕੀ ਤੁਸੀਂ ਕਹੋਗੇ ਅੱਗੇ? ਅਸੀਂ ਬੱਚਿਆਂ ਨੂੰ ਇਹ ਕਹਿੰਦੇ ਆ ਕਿ ਬੱਚਾ ਕੀ ਸੋਚੂਗਾ, ਦਾਣੇ ਦਾਣੇ ਨੂੰ ਹਰ ਕੋਈ ਤਰਸੂਗਾ ਜੇ ਕਾਨੂੰਨ ਰੱਦ ਨਾ ਕਰੇ ਮੋਦੀ ਨੇ। ਜੇ ਜਾਇਦਾਦ ਨਹੀਂ ਰਹੀ ਆਪਣੀ, ਬੱਚਿਆਂ ਦਾ ਕਿਆ ਰਹੂਗਾ ਸਾਡਿਆਂ ਦਾ? ਸਾਡੀ ਆਉਣ ਵਾਲੀ ਪੀੜ੍ਹੀਆਂ ਕੀ ਕਹੂੰਗੀ? ਸਾਡੀ ਜੱਦੀਆਂ ਪੁਰਾਣੀਆਂ ਜਾਇਦਾਦਾਂ ਨੇ। ਇਹ ਕਾਨੂੰਨ 3 ਧਾਰੇ ਵਾਪਸ ਲੈ ਲਵੇ, ਅਸੀਂ ਮੋਦੀ ਨੂੰ ਕੁਝ ਨਹੀਂ ਕਹਿੰਦੇ। ਅਸੀਂ ਉਹ ਮੋਦੀ ਬਣਾਇਆ, ਸਾਨੂੰ ਇਹ ਮੋਦੀ ਜਾੜਦਾ। ਸਾਨੂੰ ਮੋਦੀ ਨੂੰ ਇਹ ਹੈ ਕਿ ਸਾਡੀ ਬੇਨਤੀ,
ਮੋਦੀ 3 ਕਾਨੂੰਨ ਵਾਪਸ ਲੈ ਜਾਵੇ, ਸਾਡੀ ਆਉਣ ਵਾਲੀ ਪੀੜ੍ਹੀਆਂ ਖੁਸ਼ ਰਹਿਣ, ਸਾਡੇ ਬੱਚੇ ਖੁਸ਼ ਰਹਿਣ। ਜੇ ਦਾਣੇ ਦਾਣੇ ਨੂੰ ਸਾਨੂੰ ਤਰਸਾਊਗਾ, ਸਾਡੇ ਬੱਚੇ ਕਿੱਥੇ ਜਾਊਂਗੇ? ਅਸੀਂ ਕੀ ਖਾਵਾਂਗੇ? ਕੀ ਤੁਹਾਡੇ ਵਰਗੇ ਵੀਰਾਂ ਨੂੰ ਅਸੀਂ ਦੇ ਸਕਾਂਗੇ? ਅਸੀਂ ਧਰਨੇ ਤੇ ਬੈਠੇ ਜੀ, ਅਸੀਂ ਧੁੱਪ ਦਾ ਤਪਤ ਸੇਕਣ ਨੂੰ ਤਿਆਰ ਹਾਂ। ਉਹ ਮਹਾਰਾਜ ਹਨੂਮਾਨ ਬਾਬਾ ਜੀ, ਬਾਬੇ ਸਿੰਘ ਸ਼ਹੀਦ ਸਾਡੇ ਹੌਸਲੇ ਬੁਲੰਦ ਰੱਖਦੇ ਨੇ। ਠੀਕ ਹੈ ਜੀ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਸੇ ਭੁੱਖ ਹੜਤਾਲ ਦੇ ਵਿੱਚ ਜਿਹੜੇ ਹੋਰ ਲੋਕ ਬੈਠੇ ਨੇ ਉਹਨਾਂ ਦੇ ਵਿੱਚ ਇੱਕ ਹੋਰ ਸਾਡੇ ਨਾਲ ਮਾਤਾ ਜੀ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹ ਜਿਹੜੇ ਧਰਨੇ ਵਿੱਚ ਕਦੋਂ ਤੋਂ ਸ਼ਾਮਿਲ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸ ਦਿਓ। ਚਰਨਜੀਤ ਕੌਰ ਜੀ। ਤੁਸੀਂ ਕਿੰਨੇ ਦਿਨ ਤੋਂ ਇਸੇ ਧਰਨੇ 'ਚ ਸ਼ਾਮਿਲ ਹੋ ਜੀ? ਅਸੀਂ 7 ਤਰੀਕ ਦੇ ਹੀ ਬੈਠੇ ਹਾਂ ਜੀ ਇੱਥੇ, ਜਦੋਂ ਧਰਨਾ ਲੱਗਿਆ। ਹਾਂਜੀ, ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਜੀ, ਵਾਪਸ ਨਹੀਂ ਲੈਂਦਾ ਹੈਗਾ ਮੋਦੀ, ਉਦੋਂ ਤੱਕ ਅਸੀਂ ਇੱਥੇ ਹੀ ਬੈਠਾਂਗੇ। ਕੀ ਮਨ ਬਣਾਇਆ ਹੋਇਆ ਅੱਗੇ ਜੀ ਹੁਣ ਬਿਲਕੁਲ ਅੱਗੇ ਤੱਕ ਮਨ ਇਹੀ ਬਣਾਇਆ ਹੋਇਆ ਜੀ, ਇੱਥੇ ਭੁੱਖ ਹੜਤਾਲ ਤੇ ਹੀ ਬੈਠਾਂਗੇ। ਸਾਨੂੰ ਆਪਣੀਆਂ ਜਾਨਾਂ ਦੇਣੀਆਂ ਮਨਜ਼ੂਰ ਨੇ, ਪਰ ਅਸੀਂ ਇੱਥੋਂ ਉੱਠਦੇ ਨਹੀਂ। ਮੋਦੀ ਨੂੰ ਤਾਂ ਜੀ ਸ਼ਰਮ ਨਹੀਂ। ਹੁਣ ਤੁਸੀਂ ਦਿੱਲੀ 'ਚ ਦੇਖੋ, ਦਿੱਲੀ 'ਚ ਵੀ ਅਸੀਂ 6 ਮਹੀਨੇ ਰਹਿ ਕੇ ਆਏ ਹਾਂ। ਦਿੱਲੀ 'ਚੋਂ ਸਿਰਫ ਇੱਥੇ ਅਸੀਂ 5-10 ਦਿਨ ਰਹਿੰਦੇ ਹਾਂ। ਦਿੱਲੀ ਉਹ ਰਹਿੰਦੇ ਸੀ ਜ਼ਿਆਦਾ। ਉੱਥੇ ਲੋਕਾਂ ਦੇ ਦੇਖਿਆ ਨਹੀਂ ਜਾਂਦਾ ਜੀ, ਬਜ਼ੁਰਗ ਜਿਹੜੇ ਵਿਚਾਰੇ ਮੱਛਰਾਂ ਦੇ ਵਿੱਚ, ਪਹਿਲਾਂ ਸਰਦੀਆਂ ਦੇ ਵਿੱਚ ਬਜ਼ੁਰਗ ਇੰਨੀ ਠੰਡ ਦੇ ਵਿੱਚ ਮਰੇ। ਦੇਖੋ, ਤੁਹਾਨੂੰ ਪਤਾ ਹੀ ਆ ਵੀ ਕਿੰਨੀ ਠੰਡ ਸੀ ਉੱਥੇ। ਇਸ ਟਾਈਮ ਉਹ ਵਿਚਾਰੇ ਗਰਮੀਆਂ ਦੇ ਵਿੱਚ ਇੰਨਾ ਉਹ ਕਰ ਰਹੇ ਨੇ ਬੱਚੇ। ਕੋਈ ਉੱਥੇ ਖਾਣਾ ਬਣਾਉਣ ਨੂੰ ਵੀ ਲੇਡੀਜ਼ ਸਮਝ ਲਾ ਥੋੜ੍ਹੀਆਂ ਕੰਮ ਸੀ, ਹੁਣ ਤਾਂ ਬਹੁਤ ਜ਼ਿਆਦਾ ਹੋ ਗਈਆਂ ਵੀ। ਇੰਨਾ ਬਜ਼ੁਰਗਾਂ ਨਾਲ ਵਿਚਾਰਿਆਂ ਨਾਲ ਉਹਨਾਂ ਨੂੰ, ਸਾਡੇ ਵੀਰ ਭਾਈ ਜਿਹੜੇ ਦਿੱਲੀ 'ਚ ਬੈਠੇ ਨੇ, ਜਦ ਇਹਨਾਂ ਨੂੰ ਤਰਸ ਨਹੀਂ ਆਉਂਦਾ ਹੈਗਾ। ਅਸੀਂ ਵੀ ਇੱਥੇ ਆਪਣੇ ਘਰਾਂ 'ਚ ਬਹਿ ਕੇ ਕੀ ਕਰਾਂਗੇ? ਅਸੀਂ ਵੀ ਇੱਥੇ ਬਾਹਰ ਰੋਡਾਂ 'ਤੇ ਹੀ ਬੈਠਾਂਗੇ। ਜਦ ਤੱਕ ਸਾਡੇ ਖੇਤਾਂ ਦੇ ਸਰਦਾਰ ਸਾਡੇ ਘਰ ਨਹੀਂ ਆਉਂਦੇ ਹੈਗੇ, ਅਸੀਂ ਇੱਥੇ ਹੀ ਬੈਠਾਂਗੇ। ਸਾਨੂੰ ਮਰਨਾ ਮਨਜ਼ੂਰ ਆ। ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤਾਂ ਦੀਆਂ ਬੋਡੀਆਂ ਆਈਆਂ। ਮਾਵਾਂ ਮੰਜਿਆਂ ਤੋਂ ਨਹੀਂ ਉੱਠਦੀਆਂ, ਉਹ ਹਰ ਟਾਈਮ ਆਪਣੇ ਮੰਜਿਆਂ ਤੇ ਪਈਆਂ। ਉਹਨਾਂ ਦੇ ਅੱਖਾਂ ਦੇ ਆਂਸੂ ਨਹੀਂ ਉਹ ਕਰਦੇ। ਉਹ ਮੋਦੀ ਨੂੰ ਕੋਈ ਸੀਸਾਂ ਦਿੰਦੀਆਂ ਜੀ, ਦਰਸੀਸਾਂ ਦੇ ਰਹੀਆਂ, ਸਰਾਫੇ ਪੈ ਰਿਹਾ ਮੋਦੀ ਤੇ। ਹੁਣ ਤੁਸੀਂ ਭੁੱਖਮਰੀ ਦੇਖੋ ਕਿੰਨੀ ਹੋ ਗਈ। ਜਿਹੜੀ ਬੋਤਲ ਤੇਲ ਦੀ 100 ਰੁਪਏ ਦੀ, 90 ਰੁਪਏ ਦੀ ਸੀ, ਅੱਜ ਉਹ ਬੋਤਲ ਹੋਲਸੇਲ ਦੇ ਰੇਟ 'ਚ 170 ਦੀ ਆ। ਤੁਸੀਂ ਐਂ ਦੇਖੋ ਵੀ ਦੁਨੀਆ ਆਉਣ ਵਾਲੀ ਕੀ ਖਾਊਗੀ? ਕਿੱਥੇ ਜਾਣਗੇ ਲੋਕ? ਇਹ ਜ਼ਿਆਦਾ ਜੀ ਗਰੀਬਾਂ ਲਈ ਤਾਂ ਹੋਰ ਵੀ ਜ਼ਿਆਦਾ ਹੋ ਗਿਆ। ਜਿਹੜੇ ਵਿਚਾਰੇ ਉਹੀ ਕਮਾਉਂਦੇ ਆ, ਉਹੀ ਖਾਂਦੇ ਆ, ਰੈਂਟਾਂ ਤੇ ਰਹਿ ਰਹੇ ਆ ਵਿਚਾਰੇ, ਉਹ ਕੀ ਕਰਨਗੇ ਗਰੀਬ ਜਨਤਾ? ਸਰਕਾਰ ਦਾ ਅੱਖ ਵਿੱਚ ਹੀ ਬੈਠੇ ਆ, ਮੋਦੀ ਦਾ ਆਰਾਮ ਤੋਂ ਬੈਠੇ ਆਪ ਏਸੀਆਂ 'ਚ, ਦੁਨੀਆ ਨੂੰ ਪਰੇਸ਼ਾਨ ਕਰ ਰਿਹਾ। ਇਹਨੂੰ ਇਹ 3 ਕਾਨੂੰਨ ਕਾਲੇ ਵਾਪਸ ਤਾਂ ਲੈਣੇ ਪੈਣੇ ਆ। ਹੁਣ ਤਾਂ ਮੋਦੀ ਦੀਆਂ ਗੋਡਣੀਆਂ ਲੱਗ ਗਈਆਂ, ਮੋਦੀ ਦੀਆਂ ਪੂਰੀਆਂ ਗੋਡਣੀਆਂ ਲੱਗੀਆਂ ਹੋਈਆਂ ਨੇ ਜੀ। ਸਾਡੇ ਨਾਲ ਇੱਕ ਹੋਰ ਮਾਤਾ ਜੀ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਧਰਨਾ ਦੇ ਰਹੇ ਨੇ। ਮਾਤਾ ਜੀ ਆਪਣਾ ਨਾਮ ਦੱਸ ਦਿਓ। ਬਲਵੀਰ ਕੌਰ ਸੁਹਾਣਾ ਜੀ। ਅਸੀਂ ਭੁੱਖ ਹੜਤਾਲ ਕਰ ਰਹੇ ਹਾਂ, ਕਿ ਲੱਗਦਾ ਹੈ ਕਿ ਮੋਦੀ ਸਰਕਾਰ ਨੂੰ ਕੋਈ ਸਮਝ ਆਏਗੀ ਸਾਡੀ ਭੁੱਖ ਹੜਤਾਲ ਨਾਲ ਹਿੱਲਣਗੇ ਉਹ? ਸਮਝ ਆਏਗੀ, ਬਿਲਕੁਲ ਸਮਝੇਗਾ। ਅਸੀਂ ਵੀ ਮਰਨੇ ਨੂੰ ਤਿਆਰ ਹਾਂ ਜਦ ਤੱਕ ਸਾਡੇ ਕਾਨੂੰਨ ਰੱਦ ਨਹੀਂ ਹੋਣਗੇ, ਕਿਉਂਕਿ ਅਸੀਂ ਇੱਥੇ ਹੀ ਬੈਠੂਗੇ, ਚਾਹੇ ਗਰਮੀ ਹੋਵੇ, ਚਾਹੇ ਮੀਂਹ ਹੋਵੇ, ਚਾਹੇ ਕੁਛ ਹੋਵੇ। ਕਿਉਂਕਿ ਸਾਡੇ ਆਉਣ ਵਾਲੀ ਬੱਚਿਆਂ ਨੂੰ ਉਹ ਕਿਆ ਖਾਣਗੇ? ਅਸੀਂ ਉਹਨਾਂ ਨੂੰ ਕਿਆ ਦੱਸੂਗੇ? ਦੇਖੋ ਇੰਨਾ ਦਿੱਲੀ ਵਿੱਚ ਉਹ ਹੋ ਰਿਹਾ ਹੈ, ਉਹਨੂੰ ਬਿਲਕੁਲ ਸ਼ਰਮ ਨਹੀਂ ਹੈਗੀ। ਦੇਖੋ ਕਿੰਨੀ ਗਰਮੀ ਹੈ, ਆਪਾਂ ਘਰਾਂ ਵਿੱਚ ਏਸੀ ਲਾ ਕੇ ਪੈਂਦੇ ਹਾਂ, ਕੋਠੀਆਂ 'ਚ ਪੈਂਦੇ ਹਾਂ, ਉਹ ਸੜਕਾਂ 'ਤੇ ਰੁਲ ਰਹੇ ਆ। ਅਸੀਂ ਵੀ ਉਰੇ ਕਿਆ ਕਰਨਾ? ਫਿਰ ਅਸੀਂ ਵੀ ਮਰ ਜੂੰਗੀਆਂ। ਜਦ ਤੱਕ ਸਾਡੇ ਘਰ ਦੇ ਬੰਦੇ ਬੱਚੇ ਸਾਡੇ ਰੁਲ ਰਹੇ ਆ, ਅਸੀਂ ਵੀ ਕੀ ਕਰਨਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਤੇ ਬਿਲਕੁਲ ਜੇਕਰ ਤੁਸੀਂ ਦੇਖਿਆ ਜਾਵੇ ਗਰਮੀ ਵੀ ਹੈ ਪੂਰੀ, ਬਿਲਕੁਲ ਮਾਹੌਲ ਵੀ ਜਿਹੜਾ ਹੈਗਾ ਗਰਮ ਅੱਗੇ ਤੋਂ ਅੱਗੇ ਹੋ ਰਿਹਾ, ਗਰਮੀ ਵਧੇਗੀ ਵੀ ਅੱਗੇ। ਤੇ ਇਹਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹਦੇ ਵਿੱਚ ਵੀ ਪੂਰਾ ਜਿਹੜਾ ਹੈਗਾ ਜੋਸ਼ ਹੈ ਦੇਖਣ ਨੂੰ ਮਿਲ ਰਿਹਾ। ਤੇ ਜੇਕਰ ਬਜ਼ੁਰਗਾਂ ਦੀ ਗੱਲ ਕਰੀਏ, ਇਸ ਟਾਈਮ ਭੁੱਖ ਹੜਤਾਲ ਤੇ ਬੈਠੇ ਨੇ ਉਹ। ਤੇ ਇਹ ਜਿਹੜੇ 3 ਖੇਤੀ ਕਾਨੂੰਨ ਨੇ ਕੇਂਦਰ ਸਰਕਾਰ ਦੇ, ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਇਹ ਕਹਿ ਰਹੇ ਨੇ ਕਿ ਜੋ ਕੁਝ ਹੋਏਗਾ ਅਸੀਂ ਕਰਨ ਨੂੰ ਬਿਲਕੁਲ ਤਿਆਰ ਹੈਗੇ ਹਾਂ। ਕੈਮਰਾਮੈਨ ਹਰਵਿੰਦਰ ਦੇ ਨਾਲ ਮੈਂ ਜਗਜੀਵਨ ਮੀਤ।